ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ। ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ ਬਹੁਤ ਸਵਾਗਤ ਹੈ ਡੱਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਜੀ। ਡੱਲਾ ਜੀ, ਸਭ ਤੋਂ ਪਹਿਲਾਂ ਸਵਾਲ ਇਹੀ ਕਰਨਾ ਚਾਹਾਂਗੇ ਕਿ ਜੋ ਮੰਡੀਆਂ ਦੇ ਟੈਂਡਰਾਂ ਦੇ ਘੁਟਾਲੇ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਕਾਂਗਰਸੀਆਂ ਵੱਲੋਂ ਕਾਫੀ ਨਾਰਾਜ਼ਗੀ, ਕਈ ਮੰਤਰੀਆਂ ਵੱਲੋਂ, ਕਈ ਆਗੂਆਂ ਵੱਲੋਂ ਜੋ ਹੈ ਨਾਰਾਜ਼ਗੀ ਵੀ ਜਤਾਈ ਜਾ ਰਹੀ ਹੈ, ਪਰ ਗ੍ਰਿਫਤਾਰੀ ਤੋਂ ਬਾਅਦ ਵਿਜੀਲੈਂਸ ਵੱਲੋਂ ਇੱਕ ਬਿਆਨ ਵੀ ਜਾਰੀ ਕੀਤਾ ਗਿਆ। ਡੱਲਾ ਜੀ, ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਉਸ ਬਿਆਨ ਨੂੰ ਹੀ ਤੁਹਾਡੇ ਤੋਂ ਸਮਝਣਾ ਚਾਹਾਂਗੇ। ਦੇਖੋ, ਵਿਜੀਲੈਂਸ ਬਿਊਰੋ ਨੇ ਕੱਲ ਸ਼ਾਮ ਨੂੰ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਦੀ ਕਨਫਰਮੇਸ਼ਨ ਦਿੱਤੀ। ਇਹ ਸਾਫ਼ ਹੋ ਗਿਆ ਕਿ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਵੀ ਵਿਜੀਲੈਂਸ ਬਿਊਰੋ ਵੱਲੋਂ ਕੇਸ ਦਰਜ ਕੀਤਾ ਗਿਆ ਸੀ। ਭਾਰਤ ਭੂਸ਼ਣ ਆਸ਼ੂ ਉਹਨਾਂ ਨੂੰ ਵੀ ਉਹਨਾਂ ਨੇ ਅਕਿਊਜ਼ਡ ਮੰਨਿਆ, ਮੁਲਜ਼ਮ ਬਣਾ ਲਿਆ ਗਿਆ FIR ਦੇ ਵਿੱਚ। ਭਾਰਤ ਭੂਸ਼ਣ ਆਸ਼ੂ ਨੂੰ ਵੀ, ਜਿਹੜੇ ਸਾਬਕਾ ਕੈਬਨਿਟ ਮੰਤਰੀ ਨੇ, ਪੰਜਾਬ ਦੇ ਸਾਬਕਾ ਵਿਧਾਇਕ ਨੇ, ਔਰ FIR ਨੰਬਰ 11 16/8/2022 ਨੂੰ ਇਹ FIR ਦਰਜ ਕੀਤੀ ਗਈ ਸੀ ਅੰਡਰ ਸੈਕਸ਼ਨ 420, 409, 420, 409, 467, 468, 471, 120B ਕ੍ਰਿਮੀਨਲ ਕਨਸਪੀਰੈਂਸੀ, ਸਾਜ਼ਿਸ਼ ਰਚਨ ਦੀ, ਕ੍ਰਿਮੀਨਲ ਸਾਜ਼ਿਸ਼, 120B IPS ਐਂਡ ਧਾਰਾ 7, 8, 12, 13 ਬ੍ਰੈਕਟ ਦੇ ਵਿੱਚ 2 ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ। ਸੋ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੇ ਤਹਿਤ FIR ਦਰਜ ਕੀਤੀ ਗਈ ਸੀ। ਜਿਹੜੇ ਕੰਪਲੇਨੈਂਟ ਸੀ ਉਹ ਨੇ ਮਿਸਟਰ ਗੁਰਪ੍ਰੀਤ ਸਿੰਘ, ਜਿਹੜੇ ਕਿ ਇੱਕ ਜਿਵੇਂ ਉਹਨਾਂ ਨੇ ਦੱਸਿਆ ਕਿ ਉਹ ਵੀ ਇੱਕ ਸਮਾਲ ਇੰਟਰਪ੍ਰੀਨਰ ਕਹਿ ਦਈਏ, ਛੋਟੇ ਕਾਰੋਬਾਰੀ ਕਹਿ ਦਈਏ, ਠੇਕੇਦਾਰ ਕਹਿ ਦਈਏ, ਵੈਂਡਰ ਕਹਿ ਦਈਏ, ਉਹਨਾਂ ਨੂੰ ਆਪਾਂ ਕੁਝ ਵੀ ਕਹਿ ਸਕਦੇ ਹਾਂ। ਸੋ ਉਹਨਾਂ ਦੀ ਸ਼ਿਕਾਇਤ ਤੋਂ ਬਾਅਦ ਇਹ ਮਾਮਲਾ ਵਧਿਆ। ਇਹਦੇ ਵਿੱਚ ਇੱਕ ਟੇਲੂ ਰਾਮ ਵੀ ਗ੍ਰਿਫਤਾਰ ਨੇ ਇਸ ਮਾਮਲੇ ਦੇ ਵਿੱਚ, ਔਰ ਉਹ ਪੁਲਿਸ ਰਿਮਾਂਡ ਤੇ ਨੇ। ਉਹਨਾਂ ਤੋਂ ਕਈ ਤਰ੍ਹਾਂ ਦੀ ਪੁੱਛਗਿੱਛ ਕੀਤੀ ਗਈ ਹੈ। ਕੰਟਰੈਕਟਰਸ ਟੇਲੂ ਰਾਮ, ਜਗਰੂਪ ਸਿੰਘ ਐਂਡ ਸੰਦੀਪ ਭਾਟੀਆ, besides owner partners of ਗੁਰਦਾਸ ਰਾਮ ਐਂਡ ਕੰਪਨੀ has been booked। ਸੋ ਇਹਨਾਂ ਦਾ ਵੀ ਨਾਮ ਹੈ ਜਿਹੜਾ FIR ਦੇ ਵਿੱਚ ਹੈ। ਇੱਕ ਗੱਲ ਸਾਫ਼ ਹੋ ਗਈ, ਵਿਜੀਲੈਂਸ ਬਿਊਰੋ ਵੱਲੋਂ ਜਿਹੜਾ ਬਿਆਨ ਜਾਰੀ ਕੀਤਾ ਗਿਆ ਹਰਜੋਤ ਜੀ, ਉਹਦੇ ਵਿੱਚ ਜਿਹੜੇ ਭਾਰਤ ਭੂਸ਼ਣ ਆਸ਼ੂ ਨੇ ਉਹਨਾਂ ਦੇ ਉੱਤੇ ਵੀ ਕਈ ਗੰਭੀਰ ਲਾਏ ਨੇ, ਇਲਜ਼ਾਮ ਲਾਏ ਗਏ ਨੇ, ਔਰ ਜਿਹੜੇ ਇੱਕ ਵੱਡੇ ਅਫਸਰ ਜਿਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਨੌਕਰੀ ਤੋਂ ਵੱਖਰੇ ਮਾਮਲੇ ਤੇ, ਉਹਨਾਂ ਤੇ ਇਲਜ਼ਾਮ ਇਹ ਲੱਗਿਆ ਕਿ ਉਹਨਾਂ ਨੇ PR ਲਈ ਹੋਈ ਕੈਨੇਡਾ ਦੀ, ਉਹਨਾਂ ਨੂੰ ਇੱਕ ਵੱਖਰੇ ਮਾਮਲੇ 'ਚ ਬਰਖਾਸਤ ਕੀਤਾ ਗਿਆ। ਪਰ ਟੇਲੂ ਰਾਮ ਕਹਿੰਦੇ ਕਿ ਉਹਨਾਂ ਨੂੰ ਵੀ ਜਿਹੜੇ ਹੈ ਮੈਂ ਰਿਸ਼ਵਤ ਦਿੱਤੀ। ਸੋ ਇਹਦੇ 'ਚ ਬਹੁਤ ਪਰਤਾਂ ਨੇ। ਵਿਜੀਲੈਂਸ ਬਿਊਰੋ ਕੋਲੇ 4-5 ਮਹੀਨੇ ਦੀ ਜਿਹੜੀ ਐਵੀਡੈਂਸ ਹੋਈ ਹੈ ਵਿਜੀਲੈਂਸ ਬਿਊਰੋ ਕੋਲੇ ਹਰਜੋਤ ਜੀ, ਵਿਜੀਲੈਂਸ ਬਿਊਰੋ ਕੋਲੇ ਬਹੁਤ ਤੱਥ ਨੇ ਕਰਪਸ਼ਨ ਕਿਵੇਂ ਕਿਵੇਂ ਹੋਈ ਹੈ। ਔਰ ਮੈਂ ਤੁਹਾਨੂੰ ਦੱਸਾਂ, ਕਈ ਹੋਰ ਵੱਡੇ ਲੀਡਰਾਂ ਦੇ ਨਾਮ ਆਉਂਦੇ ਦਿਨਾਂ ਦੇ ਵਿੱਚ ਖੁੱਲਣਗੇ। ਪੰਜਾਬ ਦੇ ਵਿੱਚ ਕਈ ਸਾਬਕਾ ਵਿਧਾਇਕ, ਕਈ ਸਾਬਕਾ ਮੰਤਰੀ, ਉਹਨਾਂ ਦੇ ਕਈ ਰਿਸ਼ਤੇਦਾਰ ਸਿੱਧੇ ਤੌਰ ਦੇ ਉੱਤੇ ਉਹਨਾਂ ਤੇ ਸ਼ੱਕ ਹੈ ਕਿ ਉਹਨਾਂ ਨੇ ਵੀ ਮੰਡੀਆਂ ਦੇ ਕੰਮ ਦੇ ਵਿੱਚ ਆਪਣੀ ਸ਼ਮੂਲੀਅਤ ਕੀਤੀ ਜਾਂ ਹਿੱਸੇਦਾਰੀ ਬਣਾਈ ਜਾਂ ਬੇਨਾਮੀ ਕੰਮ ਕੀਤਾ, ਅੱਗੇ ਪਿੱਛੇ ਹੋਰ ਬੰਦੇ ਖੜੇ ਕਰਕੇ। ਔਰ ਜਿਹੜੇ ਮੰਡੀਆਂ ਦੇ ਠੇਕੇ ਸੀ ਉਹ ਕਾਂਗਰਸੀ ਲੀਡਰਾਂ ਦੀ ਮਰਜ਼ੀ ਬਿਨਾਂ ਅੱਗੇ ਨਹੀਂ ਦਿੱਤੇ ਗਏ। ਔਰ ਮੈਨੂੰ ਇਹ ਵੀ ਲੱਗਦਾ ਹੈ ਕਿ ਆਉਂਦੇ ਦਿਨਾਂ 'ਚ ਹੁਣ ਭਾਰਤ ਭੂਸ਼ਣ ਆਸ਼ੂ ਤੋਂ ਪੁੱਛਗਿੱਛ ਹੋਏਗੀ ਔਰ ਭਾਰਤ ਭੂਸ਼ਣ ਆਸ਼ੂ ਉਹਨਾਂ ਦੇ ਸਾਹਮਣੇ ਬਿਠਾਏ ਜਾਣਗੇ। ਟੇਲੂ ਰਾਮ ਨੂੰ ਵੀ ਬਿਠਾਇਆ ਜਾਏਗਾ, ਜਿਹੜੇ ਕੰਟਰੈਕਟਰ ਨੇ, ਹੋਰ ਕੰਟਰੈਕਟਰ ਨੇ ਜਿਹੜੇ, ਉਹਨਾਂ ਨੂੰ ਵੀ ਬਿਠਾਇਆ ਜਾਏਗਾ। ਔਰ ਇੱਕ ਪੁਰਾਣੇ ਵੱਡੇ ਅਫਸਰ ਜਿਨ੍ਹਾਂ ਨੂੰ ਹਾਲ ਹੀ ਦੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ, ਪੰਜਾਬ ਸਰਕਾਰ ਵੱਲੋਂ ਬਰਖਾਸਤ ਕੀਤਾ ਗਿਆ, ਮੈਨੂੰ ਲੱਗਦਾ ਉਹਨਾਂ ਤੋਂ ਵੀ ਪੁੱਛਗਿੱਛ ਕੀਤੀ ਜਾਏਗੀ ਆਉਂਦੇ ਦਿਨਾਂ ਦੇ ਵਿੱਚ। ਇਹ ਬਹੁਤ ਵੱਡੀਆਂ ਸੰਭਾਵਨਾਵਾਂ ਨੇ। ਇਹ ਮਾਮਲਾ ਹਜੇ ਸ਼ੁਰੂ ਹੋਇਆ ਹੈ, ਇਹ ਮਾਮਲਾ ਬਹੁਤ ਅੱਗੇ ਤੱਕ ਜਾਣ ਦੀ ਸੰਭਾਵਨਾ ਮੈਨੂੰ ਬਣੀ ਹੋਈ ਹੈ, ਕਿਉਂਕਿ ਬਹੁਤ ਵੱਡੇ ਪੱਧਰ ਤੇ ਕਰਪਸ਼ਨ ਦੀ ਜਿਹੜੀ ਬੋਹ ਹੈ ਇਹਦੇ ਵਿੱਚੋਂ ਹਰਜੋਤ ਜੀ ਆ ਰਹੀ ਹੈ। ਸੋ ਭਾਰਤ ਭੂਸ਼ਣ ਆਸ਼ੂ ਦੀਆਂ ਜਿਹੜੀਆਂ ਦਿੱਕਤਾਂ ਨੇ ਉਹ ਮੈਨੂੰ ਲੱਗਦਾ ਹੁਣ ਸ਼ੁਰੂ ਹੋਈਆਂ ਨੇ। ਠੀਕ ਹੈ, ਭਾਰਤ ਭੂਸ਼ਣ ਆਸ਼ੂ ਨੇ ਬਹੁਤ ਵਿਕਾਸ ਦੇ ਕੰਮ ਕੀਤੇ, ਭਾਰਤ ਭੂਸ਼ਣ ਆਸ਼ੂ ਬਹੁਤ ਮਿਲਣਸਾਰ ਸੀ, ਭਾਰਤ ਭੂਸ਼ਣ ਆਸ਼ੂ ਹਰ ਕਿਸੇ ਨੂੰ ਬੜੇ ਮਿੱਠੇ ਸੁਭਾਅ ਨਾਲ ਮਿਲਦੇ ਸੀ। ਉਹ ਠੀਕ ਹੈ, ਉਹਨਾਂ ਦੀਆਂ ਕਈ ਵੀਡੀਓ ਵੀ ਵਾਇਰਲ ਹੋਈਆਂ ਜਿਹਦੇ ਵਿੱਚ ਮਾੜਾ ਮੋਟਾ ਗੁੱਸਾ ਕਰਦੇ ਵੀ ਉਹ ਦਿਖੇ ਨੇ। ਕਈ ਵਾਰੀ ਹਰਜੋਤ ਜੀ ਬੀਪੀ ਬੂਪੀ ਦੀ ਸ਼ਿਕਾਇਤ ਹੁੰਦੀ ਵਿਅਕਤੀ ਨੂੰ, ਕਈ ਵਾਰੀ ਵਿਅਕਤੀ ਜ਼ਿਆਦਾ ਸਮਾਂ ਕੰਮ ਕਰਦਾ ਹੈ,
ਜਿਹਦੇ ਨਾਲ ਉਹ ਤਣਾਅ 'ਚ ਰਹਿੰਦਾ ਹੈ, ਕਈ ਵਾਰੀ ਗੁੱਸਾ ਆ ਜਾਂਦਾ ਹੈ, ਕਈ ਵਾਰੀ ਵਿਅਕਤੀ ਹੱਕ ਨਾਲ ਗੁੱਸਾ ਕਰਦਾ ਹੈ ਵੀ ਤੁਸੀਂ ਤਾਂ ਮੇਰੇ ਆਪਣੇ ਹੋ, ਮੇਰੀ ਗੱਲ ਨੂੰ ਸਮਝੋ। ਇਸ ਕਰਕੇ ਕੁੱਲ ਮਿਲਾ ਕੇ ਜਿਹੜਾ ਭਾਰਤ ਭੂਸ਼ਣ ਆਸ਼ੂ ਦਾ ਸੁਭਾਅ ਸੀ ਉਹ ਮਿੱਠਾ ਸੁਭਾਅ ਸੀ। ਭਾਰਤ ਭੂਸ਼ਣ ਆਸ਼ੂ ਯਾਰਾਂ ਦਾ ਯਾਰ ਮੰਨਿਆ ਜਾਂਦਾ ਹੈ ਉਹਨਾਂ ਦੇ ਸਰਕਲ ਦੇ ਵਿੱਚ, ਕਿ ਇਹ ਦੋਸਤਾਂ ਦੇ ਦੋਸਤ ਨੇ। ਹਮੇਸ਼ਾ ਜਿਹਨੂੰ ਦੋਸਤ ਮੰਨ ਲਿਆ ਉਹਨੂੰ ਦੋਸਤ ਮੰਨ ਕੇ ਰੱਖਦੇ ਨੇ। ਔਰ ਮੈਨੂੰ ਇਹ ਵੀ ਦੱਸਿਆ ਕਈ ਉਹਨਾਂ ਦੇ ਜਿਹੜੇ ਭਾਰਤ ਭੂਸ਼ਣ ਆਸ਼ੂ ਦੇ ਆਲੇ ਦੁਆਲੇ ਦੇ ਲੀਡਰ ਨੇ, ਉਹ ਕਹਿੰਦੇ ਅੱਜ ਤੱਕ ਜਿੰਨੇ ਭਾਰਤ ਭੂਸ਼ਣ ਆਸ਼ੂ ਦੇ ਦੋਸਤ ਬਣੇ ਸੀ ਸਾਰੇ ਉਹਨਾਂ ਦੇ ਨਾਲ ਨੇ, ਬਹੁਤ ਘੱਟ ਕੋਈ ਹੋਊਗਾ ਉਹਨਾਂ ਨੂੰ ਛੱਡ ਕੇ ਗਿਆ ਹੋਊਗਾ। ਸੋ ਉਹ ਦੱਸ ਰਹੇ ਸੀ ਕਿ ਇਹ ਭਾਰਤ ਭੂਸ਼ਣ ਆਸ਼ੂ ਦਾ ਸਮਾਜਿਕ ਕਿਰਦਾਰ ਹੈ, ਸਾਰਿਆਂ ਨਾਲ ਮਿਲਵਰਤਨ ਉਹਨਾਂ ਦਾ, ਸਾਰਿਆਂ ਨਾਲ ਮੁਹੱਬਤ, ਸਾਰਿਆਂ ਨੂੰ ਜੀ ਕਹਿ ਕੇ ਬੋਲਦੇ, ਵੱਡਿਆਂ ਨੂੰ ਜੀ ਕਹਿ ਕੇ ਬੋਲਦੇ, ਦੋਸਤਾਂ ਦੇ ਦੋਸਤ। ਇਸ ਤਰੀਕੇ ਦੀ ਪ੍ਰਸ਼ੰਸਾ ਬੜੀ ਉਹਨਾਂ ਬਾਰੇ ਕੀਤੀ ਕਈ ਉਹਨਾਂ ਦੇ ਜਿਹੜੇ ਨਾਲ ਦੇ ਸਾਥੀ ਸੀ ਉਹਨਾਂ ਨੇ। ਔਰ ਮੈਂ ਭਾਰਤ ਭੂਸ਼ਣ ਆਸ਼ੂ ਨੂੰ ਜ਼ਿੰਦਗੀ 'ਚ 2-3 ਵਾਰ ਹੀ ਮਿਲਿਆ, ਮੈਂ ਜ਼ਿਆਦਾ ਮਿਲਿਆ ਨਹੀਂ। ਮੈਂ ਬਹੁਤ ਸਮਾਂ ਪਹਿਲਾਂ ਜਦੋਂ ਦਿੱਲੀ ਦੇ ਇੱਕ ਚੈਨਲ 'ਚ ਸੀ, ਫਿਰ ਪੰਜਾਬ ਦੇ ਕਈ ਚੈਨਲਾਂ 'ਚ ਰਿਹਾ, ਮੈਂ 1-2 ਵਾਰ ਇੰਟਰਵਿਊ ਕੀਤੀ ਭਾਰਤ ਭੂਸ਼ਣ ਆਸ਼ੂ ਨੂੰ, ਲੇਕਿਨ ਉਦੋਂ ਭਾਰਤ ਭੂਸ਼ਣ ਆਸ਼ੂ ਵਿਧਾਇਕ ਹੀ ਹੁੰਦੇ ਸੀ। ਸੋ ਉਦੋਂ ਮੰਤਰੀ ਨਹੀਂ ਸੀ ਬਣੇ। ਸੋ ਮੰਤਰੀ ਬਣਨ ਤੋਂ ਬਾਅਦ ਮੈਂ ਉਹਨਾਂ ਨੂੰ ਕਦੀ ਵੀ ਅਫੀਸ਼ੀਅਲ ਤੌਰ ਦੇ ਉੱਤੇ ਇੰਟਰਵਿਊ ਵਗੈਰਾ ਉਹਨਾਂ ਦੀ ਨਹੀਂ ਕੀਤੀ। ਮੈਂ ਵੈਸੇ ਹੀ 2017 ਤੋਂ ਬਾਅਦ 1-2 ਲੀਡਰਾਂ ਦੀ ਹੀ ਇੰਟਰਵਿਊ ਕੀਤੀ ਹੈ। ਮੈਂ ਇੰਟਰਵਿਊਆਂ ਕਰਨੀਆਂ ਛੱਡਤੀਆਂ ਸੀ ਲੀਡਰਾਂ ਦੀਆਂ, ਕਿਉਂਕਿ ਕਈ ਵਾਰੀ ਲੀਡਰਾਂ ਦੀ ਜਦੋਂ ਅਸੀਂ ਇੰਟਰਵਿਊ ਕਰਦੇ ਹਾਂ ਉਹਨਾਂ ਕੋਲੇ ਜ਼ਿਆਦਾ ਫੈਕਟ ਨਹੀਂ ਹੁੰਦੇ, ਜ਼ਿਆਦਾ ਤੱਥ ਨਹੀਂ ਹੁੰਦੇ, ਇਸ ਕਰਕੇ ਫਿਰ ਮੈਂ ਇੰਟਰਵਿਊਜ਼ ਕਰਨੇ ਬੰਦ ਕਰਤੇ। ਔਰ ਹਰਜੋਤ ਜੀ ਜਿਹੜੀ ਗੱਲ ਹੈਗੀ ਹੈ, ਇਹ ਮਾਮਲਾ ਹੁਣ ਸ਼ੁਰੂ ਹੋਇਆ ਹੈ, ਇਸ ਮਾਮਲੇ ਦੀਆਂ ਪਰਤਾਂ ਬੜੀ ਦੂਰ ਤੱਕ ਜਾਣਗੀਆਂ, ਕਿਉਂਕਿ ਜਿਹੜੇ ਠੇਕੇਦਾਰ ਸੀ, ਇਹਨਾਂ ਠੇਕੇਦਾਰਾਂ ਦਾ ਮੈਂ ਇੱਕ ਇੰਟਰਵਿਊ ਕੀਤਾ ਸੀ। ਮੈਂ ਇਹ ਪੂਰਾ ਮੰਡੀਆਂ ਦਾ ਜਿਹੜਾ ਘੁਟਾਲਾ ਹੈ ਇਹਦਾ ਪਰਦਾਫਾਸ਼ ਕੀਤਾ ਸੀ। ਮੈਨੂੰ ਲੱਗਦਾ ਹੈ 11, 12, 13 ਅਗਸਤ ਦਾ ਦਿਨ ਸੀ 2021 ਦਾ। ਉਸ ਤੋਂ ਪਹਿਲਾਂ ਵੀ ਇਹ ਮੈਂ ਗੱਲ ਚੱਕੀ ਸੀ। ਉਸ ਦਿਨ ਮੈਂ ਮੁਕੰਮਲ ਇੱਕ ਇੰਟਰਵਿਊ ਦਿਖਾਈ ਸੀ ਕਿ ਮੰਡੀਆਂ 'ਚ ਘੁਟਾਲੇ ਹੁੰਦੇ ਕਿਵੇਂ ਆ। ਜਿਹੜਾ ਕੰਮ ਸਾਡੇ ਇਹ ਗਰੀਬ ਠੇਕੇਦਾਰ, ਬਹੁਤ ਸਧਾਰਨ ਕੰਮ ਕਰਨ ਵਾਲੇ ਠੇਕੇਦਾਰ, ਮੈਂ ਉਦਾਹਰਨ ਦਿੰਦਾ, ਕਣਕ ਦੀ ਇੱਕ ਬੋਰੀ ਹੈ, ਕਣਕ ਦੀ ਇੱਕ ਬੋਰੀ ਨੂੰ ਅਨਾਜ ਮੰਡੀ 'ਚੋਂ ਚੱਕ ਕੇ ਇੱਕ ਗੋਦਾਮ ਤੱਕ ਲੈ ਕੇ ਜਾਣਾ ਹੈ। ਇੱਕ ਗਰੀਬ ਠੇਕੇਦਾਰ ਪ੍ਰਤੀ ਬੋਰੀ ਅਗਰ 2 ਰੁਪਏ 2.5 ਰੁਪਏ 'ਚ ਉਹ ਕੰਮ ਕਰਨ ਨੂੰ ਤਿਆਰ ਸੀ, ਤਾਂ ਇਲਜ਼ਾਮ ਇਹ ਲੱਗੇ ਕਿ ਸਰਕਾਰ ਨੇ ਇਸ ਤਰੀਕੇ ਦੀ ਪਾਲਿਸੀ ਬਣਾਈ, ਕੁਝ ਇਸ ਤਰੀਕੇ ਦੀ ਉਹਦੇ 'ਚ ਗੜਬੜੀ ਹੋਈ, ਜਾਂ ਇਸ ਤਰੀਕੇ ਦੀ ਪਾਲਿਸੀ ਬਣਾਈ ਗਈ ਕਿ ਉਹ ਗਰੀਬ ਠੇਕੇਦਾਰ ਟੈਂਡਰ ਹੀ ਨਹੀਂ ਲੈ ਸਕਿਆ। ਕੋਈ ਤਕਨੀਕੀ ਕਾਰਨਾਂ ਕਰਕੇ ਉਹਦਾ ਟੈਂਡਰ ਰੱਦ ਕਰਤਾ। ਤੇ ਟੈਂਡਰ ਕਿਹਨਾਂ ਨੂੰ ਮਿਲੇ? ਟੈਂਡਰ ਕਹਿੰਦੇ ਉਹਨਾਂ ਨੂੰ ਦੇ ਦਿੱਤਾ ਗਿਆ। ਇਲਜ਼ਾਮ ਹੈ ਇਹਨੂੰ ਵੈਰੀਫਿਕੇਸ਼ਨ ਕਰਨ ਦੀ ਲੋੜ ਹੈ, ਇਹਦੀ ਇਹ ਵੈਰੀਫਾਈ ਹੋਣਾ ਚਾਹੀਦਾ, ਹੋ ਸਕਦਾ ਮੈਂ ਤਕਨੀਕੀ ਤੌਰ ਤੇ ਸਹੀ ਨਾ ਹੋਵਾਂ। ਕਹਿੰਦੇ 2-2.5 ਰੁਪਏ 'ਚ ਇੱਕ ਬੋਰੀ ਮੰਡੀ 'ਚੋਂ ਚੱਕ ਕੇ ਗੋਦਾਮ 'ਚ ਭੇਜੀ ਜਾ ਸਕਦੀ ਸੀ। ਪਰ ਟੈਂਡਰ ਕਿਵੇਂ ਦਿੱਤੇ ਗਏ? 2-2.5 ਵਾਲੇ ਨੂੰ ਨਹੀਂ ਦਿੱਤੇ ਗਏ, ਟੈਂਡਰ ਦਿੱਤੇ ਗਏ ਆਪਣੇ ਚਹੇਤਿਆਂ ਨੂੰ। ਔਰ ਉਹਨਾਂ ਨੇ ਬੋਰੀ ਕਿੰਨੇ ਰੁਪਏ 'ਚ ਢੋਈ, ਮੈਂ ਉਦਾਹਰਨ ਦੇ ਤੌਰ ਤੇ ਦੱਸ ਰਿਹਾ। ਉਹਨਾਂ ਨੇ ਉਹੀ ਬੋਰੀ ਢੋਈ 3 ਰੁਪਏ 'ਚ, 3.5 ਰੁਪਏ 'ਚ, 4 ਰੁਪਏ 'ਚ। ਇਹ ਇਲਜ਼ਾਮ ਹੈ ਠੇਕੇਦਾਰਾਂ ਦੇ। ਇਹਨੂੰ ਇਨਵੈਸਟੀਗੇਸ਼ਨ ਕਰਨ ਦੀ ਲੋੜ ਹੈ ਵੀ ਜਦੋਂ ਇੱਕ ਸਾਡੇ ਸਧਾਰਨ ਠੇਕੇਦਾਰ, ਕੰਟਰੈਕਟਰ ਜਿਹੜੇ 15-15, 20-20, 25-25 ਸਾਲਾਂ ਤੋਂ ਮਾਲ ਦੀ ਢੋਆ ਢੁਆਈ ਕਰਦੇ ਨੇ, ਇਹਨੂੰ ਕਹਿੰਦੇ ਨੇ ਲਿਫਟ ਕਰਨਾ। ਇੱਕ ਬੋਰੀ ਲਿਫਟ ਕੀਤੀ, ਮੰਡੀ 'ਚੋਂ ਗੋਦਾਮ 'ਚ ਰੱਖਤੀ, ਫਿਰ ਗੋਦਾਮ 'ਚ ਅਨਲੋਡ ਕੀਤੀ, ਮਤਲਬ ਬੋਰੀ ਲਿਫਟ ਕੀਤੀ, ਟਰੱਕ 'ਚ ਰੱਖੀ, ਗੋਦਾਮ 'ਚ ਲਿਜਾ ਕੇ ਅਨਲੋਡ ਕਰਤੀ, ਫਿਰ ਉਹਨੂੰ ਉਤਾਰ ਕੇ ਰੱਖਿਆ, ਤੇ ਫਿਰ ਕਦੀ ਉਹਨੂੰ ਰੇਲ ਦੇ ਵਿੱਚ ਜਾਣਾ ਤੇ ਉਹ ਗੋਦਾਮ 'ਚੋਂ ਚੱਕੀ, ਟਰਾਂਸਪੋਰਟ ਕੀਤੀ, ਰੇਲਵੇ ਸਟੇਸ਼ਨ ਤੇ ਛੱਡੀ। ਸੋ ਇਹ ਇਸ ਤਰੀਕੇ ਦਾ ਪ੍ਰੋਸੈਸ ਹੁੰਦਾ ਜਿਹਦੇ ਨਾਲ ਜਦੋਂ ਇਹ ਰੇਲ ਗੱਡੀਆਂ 'ਚ ਕਣਕ ਚਲੀ ਜਾਂਦੀ ਹੈ ਤੇ ਫਿਰ ਫੂਡ ਕਾਰਪੋਰੇਸ਼ਨ ਆਫ ਇੰਡੀਆ ਕੋਲ ਚਲੀ ਜਾਂਦੀ ਹੈ, ਤੇ ਮੰਡੀਆਂ 'ਚੋਂ ਕਿਸਾਨ ਮੰਡੀ 'ਚ ਲੈ ਕੇ ਆਉਂਦਾ ਹੈ, ਮੰਡੀ 'ਚ ਆੜਤੀਆ ਖਰੀਦਦਾ ਹੈ ਜਾਂ ਸਰਕਾਰ ਖਰੀਦਦੀ ਹੈ, ਟੈਂਡਰ ਦਿੱਤੇ ਜਾਂਦੇ ਨੇ। ਜਿਹੜੇ ਸਾਡੇ ਵਰਗੇ ਸਧਾਰਨ ਮਜ਼ਦੂਰ ਗਰੀਬ ਲੋਕ ਨੇ ਉਹ ਵੀ ਟੈਂਡਰ ਪਾਉਂਦੇ ਨੇ, ਉਹ ਇਕੱਠੇ ਹੋ ਕੇ ਜਾਂ ਤਾਂ ਟਰਾਂਸਪੋਰਟ ਦਾ ਪ੍ਰਬੰਧ ਕਰਦੇ ਨੇ ਤੇ ਫਿਰ ਉਹ ਢੋ ਕੇ ਆਉਂਦੇ ਨੇ ਗੋਦਾਮ 'ਚ। ਸੋ ਇਸ ਤਰੀਕੇ ਨਾਲ ਢੋਆ ਢੁਆਈ ਕੀਤੀ ਜਾਂਦੀ ਹੈ। ਉਹੀ ਐਲੀਗੇਸ਼ਨ ਆ ਰਹੇ ਨੇ ਵੀ ਕਈ ਥਾਂ ਸਕੂਟਰਾਂ ਦੇ ਨੰਬਰ ਦੇਤੇ, ਉਹਨਾਂ ਲੋਕਾਂ ਦੇ ਪਾਸ ਹੋ ਗਏ ਜਿਨ੍ਹਾਂ ਦੇ ਸਕੂਟਰਾਂ ਦੇ ਨੰਬਰ ਸੀ। ਹੁਣ ਤੁਸੀਂ ਦੱਸੋ ਸਕੂਟਰ ਤੇ ਕੋਈ ਬੋਰੀ ਕਿਵੇਂ ਢੋ ਦੂਗਾ ਕਣਕ ਦੀ, ਕਿਉਂਕਿ ਇੱਕ ਬੋਰੀ ਤਾਂ ਜਾਣੀ ਨਹੀਂ, ਬੋਰੀਆਂ ਸੈਂਕੜਿਆਂ ਜਾਣੀਆਂ ਨੇ। ਇਸ ਕਰਕੇ ਇਹਦੀ ਇਨਵੈਸਟੀਗੇਸ਼ਨ ਜਿਵੇਂ ਜਿਵੇਂ ਅੱਗੇ ਹੋਣੀ ਹੈ ਹਰਜੋਤ ਜੀ, ਇਸ ਮਾਮਲੇ ਦੇ ਵਿੱਚ ਬਹੁਤ ਵੱਡਾ ਘੁਟਾਲਾ ਨਿਕਲਣ ਦੀ ਸੰਭਾਵਨਾ ਹੈ। ਜਿਹੜੇ ਕੰਪਲੇਨੈਂਟ ਨੇ ਗੁਰਪ੍ਰੀਤ ਸਿੰਘ ਨੇ, ਹੋਰ ਠੇਕੇਦਾਰ ਨੇ,
ਉਹ ਕਹਿੰਦੇ ਵੀ ਸਾਨੂੰ ਲੱਗਦਾ ਕਿ 1500 ਤੋਂ 2000 ਕਰੋੜ ਰੁਪਏ ਦਾ ਘੁਟਾਲਾ ਹੈ। ਇੰਨਾ ਪੈਸਾ ਜ਼ਿੰਦਗੀ 'ਚ ਮੈਂ ਸੋਚ ਹੀ ਨਹੀਂ ਸਕਦਾ ਹਰਜੋਤ ਜੀ। ਜੀ ਜੀ ਮੈਂ ਜੀ ਆਪਣੀ ਜ਼ਿੰਦਗੀ 'ਚ ਆਪਣੀ ਅੱਖ ਨਾਲ 5 ਲੱਖ ਰੁਪਈਆ ਨਹੀਂ ਕਦੀ ਦੇਖਿਆ। 5 ਲੱਖ ਕੀ ਜੀ, ਮੈਨੂੰ ਲੱਗਦਾ ਮੈਂ 2.5 ਲੱਖ ਤੋਂ ਵੱਧ ਕੈਸ਼ ਦੇਖਿਆ ਹੀ ਨਹੀਂ ਹੋਣਾ। ਹਾਂ, ਮੈਂ ਚਰਨਜੀਤ ਚੰਨੀ ਦੇ ਰਿਸ਼ਤੇਦਾਰ ਤੋਂ ਜਿਹੜਾ ਫੜਿਆ ਗਿਆ ਸੀ ਉਹ ਕਰੋੜਾਂ ਰੁਪਏ, ਉਹ ਮੈਂ ਟੈਲੀਵਿਜ਼ਨ ਤੇ ਦੇਖਿਆ ਸੀ ਇੱਕ ਵਾਰੀ। ਉਹ ਜੀ ਦੇਖਿਆ ਸੀ, ਵੱਡੇ ਵੱਡੇ 2-2 ਹਜ਼ਾਰ ਦੇ ਨੋਟ ਸੀਗੇ ਉਹਦੇ ਵਿੱਚ। ਉਸ ਤੋਂ ਇਲਾਵਾ ਨਹੀਂ ਦੇਖਿਆ ਮੈਂ। ਚੈੱਕ ਚੁੱਕ ਮੈਂ ਜੀ ਦੇਖਿਆ, ਐਵੇਂ ਕਹਾਂ ਤੁਹਾਨੂੰ, ਚੈੱਕ ਜ਼ਰੂਰ ਦੇਖਿਆ ਆਪਾਂ ਵੱਡੀ ਅਮਾਉਂਟ ਦੇ। ਹੂੰ ਹਾਂਜੀ ਜੀ ਬਿਲਕੁਲ ਜਵੰਡਲਾ ਜੀ, ਤੁਸੀਂ ਗੱਲ ਕਰ ਰਹੇ ਹੋ ਕਿ ਹੁਣ ਮਾਮਲਾ ਸ਼ੁਰੂ ਹੋਇਆ, ਕਾਰਵਾਈਆਂ ਅੱਗੇ ਤੱਕ ਬਹੁਤ ਜਾਣਗੀਆਂ, ਪਰ ਅਗਰ ਅਸੀਂ ਇੱਥੇ ਜ਼ਿਕਰ ਕਰੀਏ ਨਵਜੋਤ ਸਿੰਘ ਸਿੱਧੂ ਦਾ, ਤਾਂ ਸ਼ੁਰੂ ਤੋਂ ਹੀ ਇਹਨਾਂ ਚੀਜ਼ਾਂ ਦੀ ਗੱਲ ਕਰਦੇ ਆ ਰਹੇ ਸੀ, ਸਿਸਟਮ ਨੂੰ ਸੁਧਾਰਨ ਦੀ ਹੀ ਤਾਂ ਗੱਲ ਕਰਦੇ ਸੀ ਹਮੇਸ਼ਾ, ਪਰ ਉਹਨਾਂ ਦੀ ਗੱਲ ਸੁਣੀ ਨਹੀਂ ਗਈ। ਤੇ ਅੱਜ ਜਦੋਂ ਕਾਂਗਰਸ ਦੇ ਇਹਨਾਂ ਸਾਬਕਾ ਮੰਤਰੀਆਂ ਉੱਪਰ ਹੱਥ ਪੈ ਰਿਹਾ ਵਿਜੀਲੈਂਸ ਦਾ, ਤਾਂ ਹੁਣ ਇਹ ਨਾਰਾਜ਼ਗੀਆਂ ਦਿਖਾ ਰਹੇ ਨੇ, ਪੰਜਾਬ ਸਰਕਾਰ ਉੱਪਰ ਨਾਰਾਜ਼ਗੀਆਂ ਲਗਾ ਰਹੇ ਨੇ ਕਿ ਸਾਡੇ ਉੱਪਰ ਜ਼ਬਰਦਸਤੀ ਇਹੋ ਜਿਹੇ ਇਲਜ਼ਾਮ ਲਗਾਏ ਜਾ ਰਹੇ ਨੇ। ਕਿਵੇਂ ਦੇਖਦੇ ਹੋ ਕਿ ਜੋ ਨਵਜੋਤ ਸਿੰਘ ਸਿੱਧੂ ਵੀ ਪਹਿਲਾਂ ਇਹੀ ਗੱਲ ਕਰਦੇ ਆਏ ਕਿ ਸਿਸਟਮ ਵਿੱਚ ਕਮੀਆਂ ਨੇ, ਸਿਸਟਮ ਨੂੰ ਦਰੁਸਤ ਕਰਨਾ ਹੈ, ਤੇ ਅੱਜ ਕਿਤੇ ਨਾ ਕਿਤੇ ਉਹ ਦਿਸ਼ਾ ਵੱਲ ਵੱਧਦੇ ਨਜ਼ਰ ਆ ਰਹੇ ਹਾਂ ਅਸੀਂ। ਦੇਖੋ, ਇਹ ਜਿਹੜੇ ਠੇਕੇਦਾਰ ਨੇ, ਇਹਨਾਂ ਦਾ ਮਾਮਲਾ ਮੈਂ ਵੀ ਚੱਕਿਆ, ਹੋਰ ਪੱਤਰਕਾਰਾਂ ਨੇ ਵੀ ਚੱਕਿਆ, ਇਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ। ਇਹ ਨਵਜੋਤ ਸਿੰਘ ਸਿੱਧੂ ਨੂੰ ਵੀ ਮੈਮੋਰੈਂਡਮ ਦੇ ਕੇ ਆਏ, ਮੰਗ ਪੱਤਰ ਦੇ ਕੇ ਆਏ। ਔਰ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਵੀ ਆਪਣੇ ਕਾਂਗਰਸ ਦਫ਼ਤਰ ਦੇ ਜ਼ਰੀਏ ਉੱਥੇ ਕਹਿੰਦੇ, ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਵੀ ਮੈਂ ਸਰਕਾਰ ਕੋਲੇ ਇਹ ਭੇਜ ਰਿਹਾ। ਔਰ ਕਈ ਵਾਰੀ ਮੈਨੂੰ ਲੱਗਦਾ ਕਿ ਸਰਕਾਰਾਂ ਨੂੰ ਲੱਗਦਾ ਵੀ ਸਾਡੇ ਤੋਂ ਵੱਡਾ ਕੋਈ ਨਹੀਂ। ਕਈ ਵਾਰੀ ਪਾਰਟੀਆਂ, ਉਹਨਾਂ ਨੂੰ ਲੱਗਦਾ ਵੀ ਇਹ ਪਾਰਟੀਆਂ ਦੇ ਪ੍ਰਧਾਨ ਨੇ, ਇਹਨਾਂ ਦੀ ਕੀ ਵੈਲਿਊ ਹੈ, ਅਸੀਂ ਮੰਤਰੀ ਆ, ਅਸੀਂ ਸਰਕਾਰ ਆ। ਇਹ ਲੱਗਦਾ ਕਈ ਵਾਰੀ, ਪਤਾ ਨਹੀਂ ਉਹ ਇਹ ਮੰਨਦੇ ਨੇ ਲੀਡਰ ਜਾਂ ਨਹੀਂ ਮੰਨਦੇ, ਪਰ ਇਹ ਪ੍ਰਭਾਵ ਜਾਂਦਾ। ਹੁਣ ਨਵਜੋਤ ਸਿੰਘ ਸਿੱਧੂ ਤਾਂ ਲਗਾਤਾਰ ਕੈਪਟਨ ਅਮਰਿੰਦਰ ਨੂੰ ਕਹਿੰਦਾ ਸੀ ਵੀ ਮਾਫੀਆ ਨੂੰ ਨੱਥ ਪਾਓ, ਤੇ ਜੇ ਐਡਾ ਵੱਡਾ ਮੰਡੀਆਂ ਦਾ ਘੁਟਾਲਾ ਹੋ ਗਿਆ ਤੇ ਜ਼ਿੰਮੇਵਾਰੀ ਤਾਂ ਕੈਪਟਨ ਅਮਰਿੰਦਰ ਦੀ ਵੀ ਬਣਦੀ ਹੈ ਹਰਜੋਤ ਜੀ। ਔਰ ਮੈਨੂੰ ਲੱਗਦਾ ਕਿ ਇਹ ਪਾਲਿਸੀ ਜਿਹੜੀ ਸੀ ਟੈਂਡਰਾਂ ਦੀ, ਇਹ ਮੰਤਰੀ ਮੰਡਲ ਦੀ ਬੈਠਕ 'ਚ ਪਾਸ ਹੋਈ ਹੋਣੀ ਹੈ, ਕੈਪਟਨ ਅਮਰਿੰਦਰ ਨੇ ਹੀ ਪਾਸ ਕੀਤੀ ਹੋਣੀ ਹੈ ਇਹ ਪਾਲਿਸੀ। ਤੇ ਫਿਰ ਇਹ ਗੱਲ ਵਿਜੀਲੈਂਸ ਬਿਊਰੋ ਦੀ ਜਾਂਚ ਕੀ ਕੈਪਟਨ ਅਮਰਿੰਦਰ ਤੱਕ ਵੀ ਪਹੁੰਚ ਸਕਦੀ ਹੈ। ਜੇ ਕਰਪਸ਼ਨ ਹੋਈ, ਪੈਸਾ ਵੰਡਿਆ ਗਿਆ, ਤੇ ਕੈਪਟਨ ਅਮਰਿੰਦਰ ਨੂੰ ਪਤਾ ਕਿਉਂ ਨਹੀਂ ਲੱਗਿਆ? ਕੈਪਟਨ ਅਮਰਿੰਦਰ ਨੂੰ ਅਸੀਂ ਮੁੱਖ ਮੰਤਰੀ ਬਣਾਇਆ ਸੀ। ਜੇ ਸਾਡੇ ਸੇਵਾਦਾਰ ਨੂੰ, ਚੌਂਕੀਦਾਰ ਨੂੰ, ਚਲੋ ਕੈਪਟਨ ਅਮਰਿੰਦਰ ਨੂੰ ਤਾਂ ਵਿਧਾਇਕ ਮਹਾਰਾਜਾ ਕਹਿੰਦੇ ਸੀ, ਮਹਾਰਾਜਾ ਸਾਹਿਬ, ਉਹ ਫਿਰ ਮਹਾਰਾਜਾ ਦੀ ਫੀਲਿੰਗ ਲੈਂਦੇ ਹੋਣਗੇ, ਕੈਪਟਨ ਅਮਰਿੰਦਰ ਵੀ ਮਹਾਰਾਜੇ ਆ, ਸੈਨਾਪਤੀ ਦੇਖ ਲੈਣਗੇ ਭਾਈ ਜੇ ਕੋਈ ਕਰਪਸ਼ਨ ਹੋਈ ਹੈ ਤਾਂ। ਸੋ ਉਹ ਸੈਨਾਪਤੀਆਂ ਤੱਕ ਵੀ ਗੱਲ ਪਹੁੰਚੂਗੀ, ਅਫਸਰ ਕਹਿ ਲਓ। ਫਿਰ ਜਿਹੜੇ ਮੰਤਰੀ ਨੇ, ਮੰਤਰੀ ਦੀ ਭਾਰਤ ਭੂਸ਼ਣ ਆਸ਼ੂ ਦੀ ਵੀ ਜ਼ਿੰਮੇਵਾਰੀ ਸੀ। ਭਾਰਤ ਭੂਸ਼ਣ ਆਸ਼ੂ ਜਦੋਂ ਮੰਤਰੀ ਸੀ ਉਦੋਂ ਵੀ ਇਹ ਪ੍ਰੈਸ ਕਾਨਫਰੰਸ ਕਰਿਆ ਕਰਦੇ ਸੀ, ਅਖਬਾਰਾਂ 'ਚ ਖਬਰਾਂ ਛਪੀਆਂ ਨੇ। ਉਦੋਂ ਭਾਰਤ ਭੂਸ਼ਣ ਆਸ਼ੂ ਉਹਨਾਂ ਨੇ ਜਾਂਚ ਕਿਉਂ ਨਹੀਂ ਕਰਾਈ? ਹੁਣ ਮੈਂ ਕੱਲ ਵਿਜੀਲੈਂਸ ਬਿਊਰੋ ਦੇ ਦਫ਼ਤਰ ਦੇ ਬਾਹਰ ਸੁਣ ਰਿਹਾ ਸੀ ਕਿ ਰਾਜਾ ਵੜਿੰਗ ਜੀ ਕਹਿੰਦੇ ਕਿ ਵਿਜੀਲੈਂਸ ਬਿਊਰੋ ਫਿਰ ਦੇਖ ਲਏ, ਇੱਕ ਤਰੀਕੇ ਨਾਲ ਵਿਜੀਲੈਂਸ ਬਿਊਰੋ ਨੇ ਇਹ ਮਹਿਸੂਸ ਕੀਤਾ ਕਿ ਕਾਂਗਰਸ ਦੀ ਲੀਡਰਸ਼ਿਪ ਸਾਨੂੰ ਚੈਲੰਜ ਕਰ ਰਹੀ ਆ ਕੇ। ਔਰ ਰਾਜਾ ਵੜਿੰਗ ਜੀ ਨੇ ਇੱਥੋਂ ਤੱਕ ਕਹਿਤਾ ਵੀ ਇਹਨਾਂ ਦੇ ਵਿੱਚੋਂ ਕੁਝ ਠੇਕੇਦਾਰ ਹੋਣੇ ਨੇ, ਬਾਕੀ ਤਾਂ ਹੋ ਸਕਦਾ ਆਮ ਆਦਮੀ ਪਾਰਟੀ ਦੇ ਲੋਕ ਹੀ ਹੋਣ। ਉਹ ਠੇਕੇਦਾਰ ਹੋਰ ਗੁੱਸਾ ਕਰ ਗਏ ਕਿਉਂਕਿ ਉਹ ਆਮ ਠੇਕੇਦਾਰ ਨੇ। ਆਪਾਂ ਹਰ ਕਿਸੇ ਨੂੰ ਕਹਿ ਦਈਏ ਵੀ ਆਮ ਆਦਮੀ ਪਾਰਟੀ, ਰਾਜਾ ਵੜਿੰਗ ਜੀ ਨੇ ਉਦਾਹਰਨ ਦਿੱਤੀ ਵੀ ਜਿਹੜੇ ਵਾਈਸ ਚਾਂਸਲਰ ਸੀ ਉਹਨਾਂ ਦੇ ਖਿਲਾਫ ਵੀ ਕਹਿੰਦੇ ਧਰਨੇ ਲੱਗ ਗਏ ਸੀ। ਜ਼ਰੂਰੀ ਨਹੀਂ ਹੁੰਦਾ ਕਿ ਸਾਰਾ ਕੁਝ ਸਰਕਾਰ ਹੀ ਕਰਾਵੇ। ਰਾਜਾ ਵੜਿੰਗ ਜੀ, ਇਹ ਜਿਨ੍ਹਾਂ ਲੋਕਾਂ ਨੇ ਹੁਣ ਸ਼ਿਕਾਇਤ ਦਿੱਤੀ ਹੈ, ਇਹਨਾਂ ਨੇ ਕਾਂਗਰਸ ਰਾਜ 'ਚ ਵੀ ਸ਼ਿਕਾਇਤਾਂ, ਮੰਗ ਪੱਤਰ ਦਿੱਤੇ ਨੇ। ਸਵਾਲ ਇਹ ਹੈ ਵੀ ਜਦੋਂ ਕੈਪਟਨ ਅਮਰਿੰਦਰ ਦੀ ਜਾਂ ਚਰਨਜੀਤ ਚੰਨੀ ਦੀ ਸਰਕਾਰ ਸੀ, ਇਹਨਾਂ ਦੀ ਸੁਣੀ ਕਿਸੇ ਨੇ ਨਹੀਂ। ਆਮ ਆਦਮੀ ਪਾਰਟੀ ਨੇ ਸੁਣ ਲਈ। ਵਿਜੀਲੈਂਸ ਬਿਊਰੋ ਦੇ ਜਿਹੜੇ ਮੁਖੀ ਆਏ ਨੇ ਵਰਿੰਦਰ ਕੁਮਾਰ ਜੀ, ਉਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਬੜੇ ਇਮਾਨਦਾਰ ਅਫਸਰ ਨੇ, ਸਿਆਣੇ ਅਫਸਰ ਨੇ, ਉਹ ਦਬਾਅ 'ਚ ਨਹੀਂ ਆਉਂਦੇ, ਬੜੀ ਚੰਗੀ ਗੱਲ ਹੈ। ਤੇ ਉਹਨਾਂ ਨੇ ਨਿਰਪੱਖਤਾ ਦੇ ਨਾਲ ਜਾਂਚ ਆਰੰਭਤੀ। ਤੇ ਹੁਣ ਜਿੰਨੇ ਵੀ ਠੇਕੇਦਾਰ ਨੇ ਉਹ ਕਹਿੰਦੇ ਸਾਡੇ ਕੋਲੇ ਬਹੁਤ ਸਬੂਤ ਨੇ। ਹਰਜੋਤ ਜੀ, ਮਸਲਾ ਤਾਂ ਹੁਣ ਸਬੂਤਾਂ ਦਾ ਹੈ ਕਿ ਸਬੂਤਾਂ ਦੇ ਨਾਲ ਅੱਗੇ ਇਹ ਮਾਮਲੇ ਕਿਵੇਂ ਵੱਧਦੇ ਨੇ। ਔਰ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਲਗਾਤਾਰ ਕੈਪਟਨ ਅਮਰਿੰਦਰ ਅੱਗੇ, ਚਰਨਜੀਤ ਚੰਨੀ ਅੱਗੇ ਗੱਲ ਰੱਖੀ ਕਿ ਅਸੀਂ ਮਾਫੀਆ ਨੂੰ ਨੱਥ ਪਾਈਏ, ਭਾਵੇਂ ਰੇਤ ਮਾਫੀਆ, ਭਾਵੇਂ ਮੰਡੀ ਮਾਫੀਆ, ਭਾਵੇਂ ਸ਼ਰਾਬ ਮਾਫੀਆ। ਕੈਪਟਨ ਅਮਰਿੰਦਰ ਦੇ ਸਮੇਂ ਸ਼ਰਾਬ ਮਾਫੀਆ ਦੇਖ ਲਓ, ਰੇਤ ਮਾਫੀਆ ਦੇਖ ਲਓ। ਜੀ ਜੀ। ਇਸ ਕਰਕੇ ਮਾਫੀਆ ਤਾਂ ਸੀ, ਨਵਜੋਤ ਸਿੰਘ ਸਿੱਧੂ ਦੀ ਗੱਲ ਸੁਣੀ ਨਹੀਂ।
ਮੈਂ ਇੱਥੋਂ ਤੱਕ ਕਹਿਣਾ, ਭਾਰਤ ਭੂਸ਼ਣ ਆਸ਼ੂ ਵਰਗੇ ਲੀਡਰ ਨਵਜੋਤ ਸਿੰਘ ਸਿੱਧੂ ਤੇ ਸਵਾਲ ਖੜੇ ਕਰਨ ਲੱਗੇ ਸੀ। ਇਹ ਤਾਂ ਹੁਣ ਇਹਨਾਂ ਨੂੰ ਆਪਣੀ ਇਮਾਨਦਾਰੀ ਸਾਬਤ ਕਰਨੀ ਪੈਣੀ ਹੈ। ਹੁਣ ਭਾਰਤ ਭੂਸ਼ਣ ਆਸ਼ੂ ਉਹਨਾਂ ਨੂੰ ਇਹ ਸਾਬਤ ਕਰਨਾ ਪੈਣਾ ਹੈ ਅਦਾਲਤਾਂ ਦੇ ਵਿੱਚ ਕਿ ਮੈਂ ਇਮਾਨਦਾਰ ਸੀ, ਕਿਉਂਕਿ ਉਹਨਾਂ ਤੇ ਤਾਂ ਸਵਾਲ ਖੜੇ ਕਰਤੇ ਵਿਜੀਲੈਂਸ ਬਿਊਰੋ ਨੇ। ਹੁਣ ਕਹਿੰਦੇ ਕਈ ਹੋਰ ਕਾਂਗਰਸੀ ਲੀਡਰ ਵੀ ਹੈ। ਮੈਂ ਸੁਣ ਰਿਹਾ ਸੀ ਕੱਲ, ਹਰਜੋਤ ਜੀ ਅਸਲ 'ਚ ਨਾ ਮੈਂ ਤੁਹਾਨੂੰ ਦੱਸਦਾ, ਸਾਡੇ ਜਿਹੜੇ ਪੋਲੀਟੀਕਲ ਲੋਕ ਨੇ, ਜਦੋਂ ਕਾਂਗਰਸ ਦੀ ਸਰਕਾਰ ਸੀ, ਅੱਛਾ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਸਿਟੀ ਸੈਂਟਰ ਘੁਟਾਲਾ ਹੋਇਆ ਸੀ। ਸਿਟੀ ਸੈਂਟਰ ਘੁਟਾਲੇ ਤੋਂ ਬਾਅਦ ਜਦੋਂ ਸਰਕਾਰ ਬਦਲੀ, ਅਕਾਲੀ ਦਲ ਦੀ ਸਰਕਾਰ ਆਈ, ਤਾਂ ਕੈਪਟਨ ਅਮਰਿੰਦਰ ਦੇ ਇੱਕ ਐਡਵਾਈਜ਼ਰ ਹੁੰਦੇ ਸੀ ਭਰਤਿੰਦਰ ਸਿੰਘ ਚਾਹਲ, ਉਹਨਾਂ ਨੂੰ ਵੀ ਵਿਜੀਲੈਂਸ ਬਿਊਰੋ ਮੂੰਹ ਨੇਰੇ ਗ੍ਰਿਫਤਾਰ ਕਰਕੇ ਲਿਆਈ ਸੀ। ਮੈਂ ਉਦੋਂ ਮੌਜੂਦ ਸੀ। ਉਦੋਂ ਇੱਕ ਐਸਪੀ ਹੁੰਦੇ ਸੀ, ਉਹ ਐਸਪੀ ਭਰਤਿੰਦਰ ਸਿੰਘ ਚਾਹਲ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਿਆਈ। ਮੈਂ ਉਦੋਂ ਮੌਕੇ ਤੇ ਮੌਜੂਦ ਸੀ। ਔਰ ਜਿਸ ਦਫ਼ਤਰ 'ਚ ਜਿਸ ਵਿਜੀਲੈਂਸ ਬਿਊਰੋ ਦੇ ਦਫ਼ਤਰ 'ਚ ਭਰਤਿੰਦਰ ਸਿੰਘ ਚਾਹਲ ਨੂੰ ਲਿਆਂਦਾ ਗਿਆ ਸੀ, ਇਹ ਉਹੀ ਲੁਧਿਆਣਾ ਵਿਜੀਲੈਂਸ ਬਿਊਰੋ ਦਾ ਦਫ਼ਤਰ ਹੈ। ਥਾਂ ਬਦਲ ਸਕਦੀ ਹੈ ਵੀ ਵਿਜੀਲੈਂਸ ਬਿਊਰੋ ਦਾ ਦਫ਼ਤਰ ਮਾੜਾ ਮੋਟਾ ਗਲੀ ਬਦਲ ਗਈ, ਮਹੱਲਾ ਬਦਲ ਗਿਆ ਹੋਵੇ, ਪਰ ਇਲਾਕਾ ਉਹੀ ਹੈ। ਲੁਧਿਆਣੇ ਦਾ ਪੁਰਾਣਾ ਲੱਕੜ ਪੁਲ ਸੀ, ਬੜਾ ਮਸ਼ਹੂਰ ਸੀ ਪੁਰਾਣਾ ਲੱਕੜ ਪੁਲ। ਜਦੋਂ ਅਸੀਂ ਸਕੂਲ ਜਾਇਆ ਕਰਦੇ ਸੀ ਜੀ 1988-89 ਚ, ਅਸੀਂ ਸਾਈਕਲ ਮੋਢਿਆਂ ਤੋਂ ਚੱਕ ਕੇ ਉਸ ਲੱਕੜ ਪੁਲ ਤੋਂ ਟੱਪਦੇ ਹੁੰਦੇ ਸੀ ਤੇ ਫਿਰ ਅੱਗੇ ਮਲਟੀਪਰਪਜ਼ ਸਕੂਲ ਆਉਂਦਾ ਹੁੰਦਾ ਸੀ। ਸੋ ਬਹੁਤ ਪੁਰਾਣੇ ਸਮਿਆਂ ਦੀਆਂ ਗੱਲਾਂ ਨੇ, ਜਦੋਂ ਅਸੀਂ ਸਾਈਕਲਾਂ ਸੂਕਲਾਂ ਦੀ ਸਕੂਲ ਜਾਂਦੇ ਸੀ ਜੀ। ਉਦੋਂ ਉੱਥੇ ਵਿਜੀਲੈਂਸ ਬਿਊਰੋ ਦਾ ਦਫ਼ਤਰ ਹੈ। ਔਰ ਫਿਰ ਜਦੋਂ ਅਸੀਂ ਰਿਪੋਰਟਿੰਗ ਕੀਤੀ, ਜਦੋਂ ਸਿਟੀ ਸੈਂਟਰ ਘੁਟਾਲਾ ਕੱਢਣ ਵਾਲੀ ਟੀਮ ਦਾ ਮੈਂ ਹਿੱਸਾ ਸੀ, ਅਸੀਂ ਉਦੋਂ ਵਿਜੀਲੈਂਸ ਬਿਊਰੋ ਦੇ ਦਫ਼ਤਰ ਜਾਂਦੇ ਸੀ। ਸੋ ਵਿਜੀਲੈਂਸ ਬਿਊਰੋ ਦਾ ਦਫ਼ਤਰ ਉਸੇ ਲੱਕੜ ਦੇ ਪੁਲ ਕੋਲੇ ਆ। ਹੁਣ ਉੱਥੇ ਬਹੁਤ ਵੱਡਾ ਸੀਮੈਂਟਡ ਪੁਲ ਬਣ ਗਿਆ। ਹੁਣ ਹਰਜੋਤ ਜੀ, ਆਉਂਦੇ ਦਿਨਾਂ 'ਚ ਵਿਜੀਲੈਂਸ ਬਿਊਰੋ ਕੀ ਖੁਲਾਸੇ ਕਰਦੀ ਹੈ, ਇਹ ਬਹੁਤ ਦਿਲਚਸਪ ਸਥਿਤੀਆਂ ਰਹਿਣਗੀਆਂ। ਮੈਂ ਇਸ ਪੂਰੇ ਮਾਮਲੇ ਤੇ ਨਜ਼ਰ ਰੱਖੂੰਗਾ, ਕਿਉਂਕਿ ਇਹ ਸਾਰੇ ਠੇਕੇਦਾਰਾਂ ਦੇ ਹੱਕ ਦੀ ਲੜਾਈ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਹਨਾਂ ਦੀ ਗੱਲ ਅੱਗੇ ਵਧਾਈਏ। ਔਰ ਮੈਂ ਪਿਛਲੇ ਕਈ ਸਾਲਾਂ ਤੋਂ ਇਹ ਮਾਮਲੇ ਚੱਕ ਰਿਹਾ ਸੀ, ਟੈਲੀਵਿਜ਼ਨਾਂ ਦੇ ਉੱਤੇ ਵੀ ਔਰ ਆਪਣੇ ਪ੍ਰੋਗਰਾਮਾਂ ਦੇ ਵਿੱਚ। ਜੀ ਬਿਲकुल। ਤੇ ਡੱਲਾ ਜੀ, ਇਸ ਤੋਂ ਜਿਵੇਂ ਵਿਜੀਲੈਂਸ ਦੀ ਜੋ ਕਾਰਵਾਈ ਹੋ ਰਹੀ ਹੈ, ਇਸ ਤੋਂ ਕਈ ਸਾਬਕਾ ਮੰਤਰੀਆਂ ਜਾਂ ਕਈ ਹੋਰ ਆਗੂਆਂ ਨੂੰ ਘਬਰਾਹਟ ਤਾਂ ਜ਼ਰੂਰ ਹੋ ਰਹੀ ਹੋਣੀ ਕਿ ਅਗਲਾ ਨਾਮ ਕਿਤੇ ਉਹਨਾਂ ਦਾ ਨਾ ਆ ਜਾਏ। ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਇਹ ਤਾਂ ਸ਼ੁਰੂਆਤ ਹੈ, ਹਲੇ ਕਾਰਵਾਈਆਂ ਹੋਣਗੀਆਂ ਤੇ ਕਈਆਂ ਦੇ ਨਾਮ ਸਾਹਮਣੇ ਆਣਗੇ। ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਵੀ ਗੱਲ ਕੀਤੀ ਹੈ, ਯਾਨੀ ਵਿਜੀਲੈਂਸ ਦੀ ਕਾਰਵਾਈਆਂ ਕਿਤੇ ਨਾ ਕਿਤੇ ਸਖਤ ਹੁੰਦੀਆਂ ਨਜ਼ਰ ਆ ਰਹੀਆਂ ਨੇ। ਤੇ ਵਾਕਈ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਜੋ ਹੈ ਪੰਜਾਬ ਵਿੱਚ, ਜੋ ਉਹਨਾਂ ਨੇ ਸਰਕਾਰ ਬਣਾਈ ਹੈ, ਇਹ ਉਹਨਾਂ ਦੇ ਲਈ ਵੀ ਇੱਕ ਪੋਜ਼ਿਟਿਵ ਫੈਕਟਰ ਜਾਏਗਾ। ਕਿ ਦੇਖੋ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਕੇਂਦਰ ਦੇ ਵਿੱਚ ਨਰਿੰਦਰ ਮੋਦੀ ਜ਼ੀਰੋ ਟੋਲਰੈਂਸ ਹੈ ਕਰਪਸ਼ਨ ਦੇ ਖਿਲਾਫ। ਭਾਰਤੀ ਜਨਤਾ ਪਾਰਟੀ ਨੇ, ਤੁਸੀਂ ਦੇਖੋ, ਆਮ ਆਦਮੀ ਪਾਰਟੀ ਦੀ ਸ਼ਰਾਬ ਨੀਤੀ ਦੇ ਵਿੱਚ ਉੱਥੇ ਅਫਸਰ ਸੀ ਸ਼ਿਕਾਇਤ ਦੇਣ ਵਾਲੇ। ਚੀਫ ਸੈਕਟਰੀ ਨੇ ਕੰਪਲੇਂਟ ਕੀਤੀ ਐਲਜੀ ਨੂੰ, ਐਲਜੀ ਨੇ ਸੀਬੀਆਈ ਨੂੰ ਕਿਹਾ ਔਰ ਛਾਪੇ ਵੱਜੇ। ਤੇ ਸਵਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਉੱਥੇ ਸ਼ਰਾਬ ਪਾਲਿਸੀ। ਜੀ ਦੇਖੋ, ਸਰਕਾਰ ਇਮਾਨਦਾਰ ਆਮ ਆਦਮੀ ਪਾਰਟੀ ਦਾ ਹੋਣਾ, ਦੇਖੋ ਐ ਤਾਂ ਸਰਕਾਰ ਆਮ ਆਦਮੀ ਪਾਰਟੀ ਦੀ ਇਮਾਨਦਾਰ ਹੈ, ਪਰ ਗਲਤੀ ਤਾਂ ਹੋ ਸਕਦੀ ਹੈ ਨਾ। ਹੁਣ ਸ਼ਰਾਬ ਪਾਲਿਸੀ ਜਿਹਨੇ ਬਣਵਾਈ, ਹੋ ਸਕਦਾ ਹੈ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਪਤਾ ਹੀ ਨਾ ਹੋਵੇ। ਜਿਨ੍ਹਾਂ ਤੋਂ ਪਾਲਿਸੀ ਬਣਾਈ, ਹੁਣ ਕਿਸੇ ਤੋਂ ਤੁਸੀਂ ਸਮਾਨ ਤਿਆਰ ਕਰਾਉਨੇ ਹੋ ਹਰਜੋਤ ਜੀ, ਤੇ ਅਗਰ ਉਹ ਕੋਈ ਗਲਤ ਮਟੀਰੀਅਲ ਲਾ ਦੇ, ਤੁਹਾਨੂੰ ਤਾਂ ਪਤਾ ਹੀ ਨਹੀਂ ਲੱਗਣਾ। ਬਿਲਕੁਲ, ਤੁਹਾਨੂੰ ਉਦੋਂ ਹੀ ਪਤਾ ਲੱਗੂਗਾ ਨਾ ਜਦੋਂ ਕੋਈ ਖਰਾਬੀ ਆਊਗੀ। ਹੁਣ ਦਿੱਲੀ 'ਚ ਇਸ ਤਰੀਕੇ ਦੀਆਂ ਪਾਲਿਸੀਆਂ ਬਣ ਗਈਆਂ, ਇੱਕ ਬੋਤਲ ਨਾਲ ਇੱਕ ਫ੍ਰੀ। ਇਹ ਬੜੀ ਹੈਰਾਨੀ ਵਾਲੀ ਗੱਲ ਹੁੰਦੀ ਹੈ, ਕਦੀ ਸੁਣਿਆ ਨਹੀਂ ਸੀ ਵੀ ਸ਼ਰਾਬ ਦੀ ਇੱਕ ਬੋਤਲ ਨਾਲ ਇੱਕ ਫ੍ਰੀ। ਪੰਜਾਬ 'ਚ ਵੀ ਗੱਲਾਂ ਤੁਰੀਆਂ ਸੀ। ਅੱਛਾ, ਪੰਜਾਬ 'ਚ ਵੀ ਕਹਿੰਦੇ ਸ਼ਰਾਬ ਦੇ ਕਾਰੋਬਾਰ ਦੇ ਵਿੱਚ ਦਿੱਲੀ ਦੇ ਕੁਝ ਲੋਕਾਂ ਦਾ ਪ੍ਰਭਾਵ ਹੈ। ਪੰਜਾਬ 'ਚ ਵੀ ਸੀਬੀਆਈ ਆਉਂਦੇ ਸਮੇਂ ਦੇ ਵਿੱਚ ਸ਼ਰਾਬ ਦੀਆਂ ਪਾਲਿਸੀਆਂ, ਮਾਈਨਿੰਗ ਪਾਲਿਸੀਆਂ ਨੂੰ ਇਨਵੈਸਟੀਗੇਟ ਕਰ ਸਕਦੀ ਹੈ। ਜਿਵੇਂ ਨਰਿੰਦਰ ਮੋਦੀ ਦੀ ਜ਼ੀਰੋ ਟੋਲਰੈਂਸ ਹੈ ਕਰਪਸ਼ਨ ਦੇ ਖਿਲਾਫ, ਇਸੇ ਤਰ੍ਹਾਂ ਭਗਵੰਤ ਮਾਨ ਜ਼ੀਰੋ ਟੋਲਰੈਂਸ ਹੈ ਕਰਪਸ਼ਨ ਦੇ ਖਿਲਾਫ। ਕੇਂਦਰ 'ਚ ਨਰਿੰਦਰ ਮੋਦੀ ਤੇ ਪੰਜਾਬ 'ਚ ਭਗਵੰਤ ਮਾਨ ਕੋਈ ਸਮਝੌਤਾ ਨਹੀਂ ਕਰਦੇ ਕਰਪਸ਼ਨ ਨਾਲ। ਵਿਜੀਲੈਂਸ ਬਿਊਰੋ ਨੂੰ ਉਹਨਾਂ ਨੇ ਖੁੱਲਾ ਹੱਥ ਦੇਤਾ ਵੀ ਕਰੋ ਜਿੱਥੇ ਕਰਪਸ਼ਨ ਦਿਖਦੀ ਹੈ। ਤੇ ਇਹ ਕਰਪਸ਼ਨ ਤਾਂ ਕਾਂਗਰਸ ਵੇਲੇ ਹੀ ਦਿਖ ਰਹੀ ਸੀ।
ਇਹ ਠੇਕੇਦਾਰ ਕਾਂਗਰਸ ਰਾਜ 'ਚ, ਜਿਵੇਂ ਮੈਂ ਪਹਿਲਾਂ ਕਿਹਾ, ਇਲਜ਼ਾਮ ਲਾ ਰਹੇ ਸੀ ਵੀ ਕਰਪਸ਼ਨ ਹੋ ਰਹੀ ਹੈ ਜੀ, ਸਾਡੀ ਜਾਂਚ ਜੀ ਕਰੋ ਮੰਤਰੀ ਸਾਹਿਬ। ਉਦੋਂ ਭਾਰਤ ਭੂਸ਼ਣ ਆਸ਼ੂ ਨੇ ਅਗਰ ਜਾਂਚ ਦੇ ਹੁਕਮ ਦਿੱਤੇ ਹੁੰਦੇ ਤੇ ਅੱਜ ਇਹ ਦਿਨ ਹੀ ਨਹੀਂ ਸੀ ਦੇਖਣਾ ਪੈਣਾ ਉਹਨਾਂ ਨੂੰ। ਬਿਲਕੁਲ ਬਿਲकुल। ਸ਼ਾਮ ਨੂੰ ਕਟਿੰਗ ਕਰਾ ਕੇ ਸਿੱਧਾ ਉਹ ਆਪਣੇ ਘਰੇ ਜਾਂਦੇ ਪਰਿਵਾਰ 'ਚ। ਜੀ ਉਹਨਾਂ ਨੇ ਜਾਂਚ ਨਹੀਂ ਉਦੋਂ ਕਰਾਈ। ਹੁਣ ਆਮ ਆਦਮੀ ਪਾਰਟੀ ਨੇ ਆ ਕੇ ਜਾਂਚ ਕਰਾਤੀ। ਬਿਲकुल। ਔਰ ਜਿਹੜੇ ਠੇਕੇਦਾਰ ਨੇ, ਦੇਖੋ ਪੰਜਾਬ ਦੇ ਵਿੱਚ ਕਈ ਕਲਸਟਰ ਨੇ, ਘੱਟੋ ਘੱਟ 4 ਕਲਸਟਰ ਤਾਂ ਹੈਗੇ ਨੇ, ਇਸ ਤੋਂ ਵੱਧ ਹੀ ਨੇ। ਲਗਭਗ 1600 ਦੇ ਕਰੀਬ ਮੰਡੀਆਂ ਨੇ ਹਰਜੋਤ ਜੀ, 1600 ਦੇ ਕਰੀਬ ਮੰਡੀਆਂ। ਸੋ 1600 ਦੇ ਕਰੀਬ ਮੰਡੀਆਂ ਦੇ ਟੈਂਡਰਾਂ ਦਾ ਮਾਮਲਾ ਹੈ। ਓਵਰਆਲ ਕਰਪਸ਼ਨ ਕਿੰਨਿਆਂ 'ਚ ਹੋਈ, ਕਿੰਨਿਆਂ 'ਚ ਨਹੀਂ ਹੋਈ, ਇਹ ਤਾਂ ਇਨਵੈਸਟੀਗੇਸ਼ਨ ਦਾ ਮਾਮਲਾ ਹੈ। ਬਿਲਕੁਲ। ਪਰ ਵਿਜੀਲੈਂਸ ਬਿਊਰੋ ਨੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਬਹੁਤ ਠੋਸ ਕੀਤੀ ਹੈ। ਔਰ ਮੈਂ ਤੁਹਾਨੂੰ ਜਿਹੜੀ ਗੱਲ ਪਹਿਲਾਂ ਵੀ ਦੱਸਣ ਲੱਗਿਆ ਸੀ, ਦੇਖੋ ਸਾਡੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੁੰਦੀ ਹੈ ਨਾ, ਜਦੋਂ ਕੈਪਟਨ ਦਾ ਰਾਜ ਸੀ ਉਦੋਂ ਕੈਪਟਨ ਅਮਰਿੰਦਰ ਦੇ ਇੱਕ ਖਾਸ ਲੀਡਰ ਸੀ ਨੇੜੇ ਦੇ, ਉਹਨਾਂ ਦੀ ਮਰਜ਼ੀ ਬਿਨਾਂ ਕਹਿੰਦੇ ਵਿਜੀਲੈਂਸ ਬਿਊਰੋ 'ਚ ਕੋਈ ਪੱਤਾ ਨਹੀਂ ਸੀ ਹਿੱਲ ਸਕਦਾ। ਉਹ ਕਹਿੰਦੇ ਸੀ ਵਿਜੀਲੈਂਸ ਬਿਊਰੋ ਤੋਂ ਰਿਪੋਰਟ ਉਹ ਕਰਦੇ ਸੀ, ਵਿਜੀਲੈਂਸ ਬਿਊਰੋ ਨੂੰ ਰਿਪੋਰਟਿੰਗ ਲੈਂਦੇ ਸੀ ਵਿਜੀਲੈਂਸ ਬਿਊਰੋ ਤੋਂ, ਕਿਉਂਕਿ ਉਹ ਕੈਪਟਨ ਅਮਰਿੰਦਰ ਦੇ ਨਾਲ ਸੀ, ਉਹਨਾਂ ਕੋਲੇ ਰੈਂਕ ਵੀ ਸੀ। ਇਹ ਅਨਅਫੀਸ਼ੀਅਲ ਤੌਰ ਤੇ ਚੀਜ਼ਾਂ ਹੁੰਦੀਆਂ ਨੇ। ਜੀ ਜੀ। ਕਹਿੰਦੇ ਵਿਜੀਲੈਂਸ ਬਿਊਰੋ ਉਦੋਂ ਜਦ ਤੱਕ ਕੈਪਟਨ ਅਮਰਿੰਦਰ ਦਾ ਹੁਕਮ ਨਹੀਂ ਸੀ ਹੁੰਦਾ ਕੋਈ ਜਾਂਚ ਨਹੀਂ ਸੀ ਕਰਦੀ। ਹੁਣ ਵਿਜੀਲੈਂਸ ਬਿਊਰੋ ਨੂੰ ਖੁਦ ਮੁਖਤਿਆਰੀ ਦੇਤੀ ਭਗਵੰਤ ਮਾਨ ਨੇ। ਉਹਨਾਂ ਨੇ ਵਿਜੀਲੈਂਸ ਬਿਊਰੋ ਦੇ ਮੁਖੀ ਨੂੰ ਕਹਿਤਾ ਕਿ ਜੋ ਇਮਾਨਦਾਰੀ ਨਾਲ ਜਾਇਜ਼ ਤਰੀਕੇ ਨਾਲ ਇਨਵੈਸਟੀਗੇਸ਼ਨ ਹੋ ਸਕਦੀ ਹੈ ਉਹ ਕਰੋ। ਹੁਣ ਵਿਜੀਲੈਂਸ ਬਿਊਰੋ ਪਿਛਲੇ ਕਈ ਮਹੀਨਿਆਂ ਤੋਂ ਵੱਖ-ਵੱਖ ਮਾਮਲਿਆਂ ਦੀ ਜਾਂਚ ਕਰ ਰਿਹਾ ਹੈ। ਇਸ ਮਾਮਲੇ ਦੀ ਵੀ ਜਾਂਚ ਕਰ ਰਿਹਾ ਸੀ ਵਿਜੀਲੈਂਸ ਬਿਊਰੋ, ਮੰਡੀਆਂ ਵਾਲੇ ਮਾਮਲੇ ਦੀ। ਤੇ ਕਾਂਗਰਸ ਦੇ ਲੀਡਰਾਂ ਨੂੰ ਲੱਗਦਾ ਸੀ ਕਿ ਵਿਜੀਲੈਂਸ ਬਿਊਰੋ ਤਾਂ ਆਰਾਮ ਨਾਲ ਹੌਲੀ-ਹੌਲੀ ਕਾਰਵਾਈ ਕਰ ਰਿਹਾ, ਇਹਨਾਂ ਨੂੰ ਕੁਝ ਨਹੀਂ ਮਿਲਿਆ। ਕੱਲ ਜਿਹੜਾ ਧਰਨਾ ਹੋਇਆ ਉੱਥੇ ਕਾਂਗਰਸ ਦੇ ਲੀਡਰ ਕਹਿ ਰਹੇ ਸੀ ਕਿ ਵਿਜੀਲੈਂਸ ਬਿਊਰੋ ਕੋਲੇ ਹੈ ਹੀ ਕੁਝ ਨਹੀਂ, ਇਹਨਾਂ ਨੂੰ ਲੱਭਿਆ ਹੀ ਕੁਝ ਨਹੀਂ, ਤੇ ਅਸੀਂ ਆ ਗਏ, ਅਸੀਂ ਖੜੇ ਆ, ਸਾਨੂੰ ਕਰ ਲਓ ਗ੍ਰਿਫਤਾਰ, ਸਾਨੂੰ ਜਿੱਥੇ ਮਰਜ਼ੀ ਸੱਦ ਲਓ। ਤੇ ਮੈਨੂੰ ਲੱਗਦਾ ਵਿਜੀਲੈਂਸ ਬਿਊਰੋ ਦੇ ਅਫਸਰ ਤਾਂ ਸਾਰਾ ਸਮਾਨ ਇਨਵੈਸਟੀਗੇਸ਼ਨ ਤਿਆਰ ਕਰੀ ਬੈਠੇ ਸੀ। ਮੈਨੂੰ ਇਹ ਲੱਗਦਾ ਹੈ ਕਿ ਵਿਜੀਲੈਂਸ ਬਿਊਰੋ ਨੇ ਇਹ ਸੋਚਿਆ ਕਿ ਜਦੋਂ ਸਾਡੇ ਕੋਲੇ ਸ਼ਿਕਾਇਤ ਆਈ, ਮੰਤਰੀ ਜੀ ਆਪ ਹੀ ਅਦਾਲਤ ਚਲੇ ਗਏ। ਇਹ ਭਗਵੰਤ ਮਾਨ ਨੇ ਵਿਧਾਨ ਸਭਾ 'ਚ ਵੀ ਕਿਹਾ ਸੀ ਕਿ ਅਸੀਂ ਤਾਂ ਹਜੇ FIR ਹੀ ਨਹੀਂ ਸੀ ਦਰਜ ਕੀਤੀ, ਮੰਤਰੀ ਸਾਹਿਬ ਕਾਂਗਰਸ ਦੇ ਲੀਡਰ ਤਾਂ ਆਪ ਹੀ ਹਾਈ ਕੋਰਟ ਚਲੇ ਗਏ ਵੀ ਮੈਨੂੰ 7 ਦਿਨ ਦਾ ਨੋਟਿਸ ਦਿਓ ਗ੍ਰਿਫਤਾਰੀ ਤੋਂ ਪਹਿਲਾਂ। ਅੱਛਾ, ਕੱਲ ਕੀ ਹੋਇਆ? ਕਹਿੰਦੇ ਮੈਂ ਮੀਡੀਆ 'ਚ ਪੜ੍ਹ ਰਿਹਾ ਸੀ ਚੈਨਲਾਂ ਤੇ, ਕਹਿੰਦੇ ਜਿਹੜੀ ਹਾਈ ਕੋਰਟ 'ਚ ਪਟੀਸ਼ਨ ਲਾਈ ਹੋਈ ਸੀ ਕਿ ਸਾਨੂੰ ਇਨਵੈਸਟੀਗੇਸ਼ਨ ਜੁਆਇਨ ਕਰਾਓ, ਅਸੀਂ ਕਰਨਾ ਚਾਹੁੰਦੇ ਹਾਂ, ਜਾਂ 7 ਦਿਨ ਦਾ ਸਮਾਂ ਦਿਓ ਅਰੈਸਟ ਤੋਂ ਪਹਿਲਾਂ, ਕਹਿੰਦੇ ਉਹ ਪਟੀਸ਼ਨ ਵਾਪਸ ਲੈ ਲਈ ਸੀ ਕੱਲ ਮੰਤਰੀ ਸਾਹਿਬ, ਸਾਬਕਾ ਮੰਤਰੀ ਜੀ ਨੇ, ਤੇ ਨਵੇਂ ਸਿਰੇ ਤੋਂ ਪਟੀਸ਼ਨ ਲਾਉਣ ਦੀ ਤਿਆਰੀ ਹੋ ਰਹੀ ਸੀ। ਹੁਣ ਕੱਲ ਧਰਨਾ ਲਾਇਆ ਕਾਂਗਰਸੀਆਂ ਨੇ, ਮੀਡੀਆ ਦੇ ਵਿੱਚ ਇਹ ਪ੍ਰਭਾਵ ਗਿਆ ਕਿ ਵਿਜੀਲੈਂਸ ਬਿਊਰੋ ਕਮਜ਼ੋਰ ਹੈ। ਹੁਣ ਕਿਸੇ ਸੂਬੇ ਦੀ ਪੁਲਿਸ ਵੀ ਕਦੀ ਕਮਜ਼ੋਰ ਹੁੰਦੀ ਹੈ ਜੀ, ਦੇਖੋ ਜੀ ਜੀ, ਕਿੰਨੀਆਂ ਵਾਰਦਾਤਾਂ ਪੰਜਾਬ 'ਚ ਹੁੰਦੀਆਂ ਸੀ, ਕਿੰਨੀਆਂ ਵਾਰਦਾਤਾਂ ਪੰਜਾਬ 'ਚ ਹੁੰਦੀਆਂ ਸੀ। ਜਦੋਂ ਦੇ ਨਵੇਂ DGP ਆਏ ਨੇ ਗੌਰਵ ਯਾਦਵ ਸਾਹਿਬ, ਉਹਨਾਂ ਨੇ ਚੰਗੇ ਤਰੀਕੇ ਨਾਲ ਪੁਲਿਸ ਪ੍ਰਸ਼ਾਸਨ ਨੂੰ ਹੈਂਡਲ ਕਰ ਲਿਆ, ਵਾਰਦਾਤਾਂ ਘਟ ਗਈਆਂ, ਲੈਂਡ ਆਰਡਰ ਸੁਧਰ ਗਿਆ। ਕਈ ਵਾਰੀ ਕਾਬਲ ਅਫਸਰ ਆ ਜਾਂਦੇ ਨੇ, ਇਹ ਨਹੀਂ ਵੀ ਉਹਨਾਂ ਤੋਂ ਪਹਿਲਾਂ ਵਾਲੇ ਕਾਬਲ ਨਹੀਂ ਸੀ, ਕਈ ਵਾਰੀ ਹਾਲਾਤ ਕੁਦਰਤੀ ਤੌਰ ਤੇ ਵੀ ਕੰਟਰੋਲ 'ਚ ਹੋ ਜਾਂਦੇ ਨੇ, ਬਹੁਤ ਸਾਰੇ ਫੈਕਟਰ ਹੁੰਦੇ ਉਹਦੇ ਲਈ। ਜਦੋਂ ਕੋਈ ਨਵੀਂ ਸਰਕਾਰ ਬਣਦੀ ਆ ਉਦੋਂ ਇਲਤੀ ਲੋਕਾਂ ਨੂੰ ਲੱਗਦਾ ਵੀ ਇਹ ਤਾਂ ਸਰਕਾਰ ਨਵੀਂ ਹੈ। ਅੱਛਾ, ਹੁਣ ਵਿਜੀਲੈਂਸ ਕਾਂਗਰਸੀਆਂ ਦੇ ਧਰਨੇ ਨੇ ਇਹ ਪ੍ਰਭਾਵ ਦਿੱਤਾ ਕਿ ਵਿਜੀਲੈਂਸ ਬਿਊਰੋ ਦੇ ਕੋਲੇ ਕੁਝ ਨਹੀਂ, ਜਦਕਿ ਵਿਜੀਲੈਂਸ ਬਿਊਰੋ ਬਹੁਤ ਵੱਡੀ ਇਨਵੈਸਟੀਗੇਸ਼ਨ ਕਰੀ ਬੈਠਾ ਸੀ। ਤੇ ਕਾਂਗਰਸ ਵਾਲੇ ਧਰਨੇ ਤੋਂ ਇਸ ਤਰੀਕੇ ਨਾਲ ਵਾਪਸ ਗਏ ਸੀ ਜਿਵੇਂ 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 ਵਿਜੀਲੈਂਸ ਬਿਊਰੋ ਕਮਜ਼ੋਰ ਸੀ। ਤੇ ਵਿਜੀਲੈਂਸ ਬਿਊਰੋ ਜਿੱਦਾਂ ਹੀ ਕਾਂਗਰਸੀ ਧਰਨੇ ਤੋਂ ਵਾਪਸ ਗਏ, ਵਿਜੀਲੈਂਸ ਬਿਊਰੋ ਨੇ ਆਪਣੀ ਅਸਲੀ ਕਾਬਲੀਅਤ ਦਿਖਾਤੀ। ਉਹ ਠੀਕ ਹੈ ਕਿ ਜਿਸ ਤਰੀਕੇ ਨਾਲ ਵਿਜੀਲੈਂਸ ਬਿਊਰੋ ਦੇ ਮੁਲਾਜ਼ਮ ਜਾਂ ਅਫਸਰ ਗਏ, ਭਾਰਤ ਭੂਸ਼ਣ ਆਸ਼ੂ ਜੀ ਇੱਕ ਸੈਲੂਨ ਦੇ ਵਿੱਚ ਸੀ ਤੇ ਕਲਰ ਕੁਲਰ ਨਹੀਂ ਲਾਉਂਦੇ ਭਾਰਤ ਭੂਸ਼ਣ ਆਸ਼ੂ ਜੀ, ਉਹ ਨੈਚੁਰਲ ਹੇਅਰ ਆਪਣੇ ਰੱਖਦੇ ਨੇ। ਤੇ ਭਾਰਤ ਭੂਸ਼ਣ ਆਸ਼ੂ ਜੀ ਜਦੋਂ ਉੱਥੇ ਗਏ
ਤੇ ਉੱਥੇ ਰਵਨੀਤ ਬਿੱਟੂ ਜੀ ਵੀ ਸੀ। ਉੱਥੇ ਜੋ ਕੁਝ ਹੋਇਆ ਉਹ ਪੰਜਾਬ ਦੇ ਲੋਕਾਂ ਨੇ ਦੇਖਿਆ। ਮੈਨੂੰ ਲੱਗਦਾ ਵਿਜੀਲੈਂਸ ਬਿਊਰੋ ਨੂੰ ਮਿੱਠੇ ਤਰੀਕੇ ਨਾਲ ਜਾਣਾ ਚਾਹੀਦਾ ਸੀ, ਕਾਗਜ਼ ਪੱਤਰ ਨਾਲ ਲੈ ਕੇ ਜਾਂਦੇ ਤਾਂ ਕਿ ਕੋਈ ਸਵਾਲ ਨਾ ਖੜਾ ਕਰ ਪਾਉਂਦੇ ਐਮਪੀ ਸਾਹਿਬ। ਜੀ ਜੀ ਜੀ। ਪਰ ਇਹ ਵੀ ਹੁਣ ਤਕਨੀਕੀ ਤੌਰ ਤੇ ਕਾਨੂੰਨੀ ਲੋਕ ਹੀ ਦੱਸਣਗੇ ਵੀ ਜੇ ਕਿਸੇ ਨੂੰ ਗ੍ਰਿਫਤਾਰ ਕਰਨਾ ਹੈ ਕਿ ਹਰ ਵਾਰੀ ਕੋਈ ਵਾਰੰਟ ਚਾਹੀਦਾ ਹੈ, ਕੋਈ ਕਾਗਜ਼ ਪੱਤਰ ਚਾਹੀਦਾ ਹੈ ਜਾਂ ਕੀਤਾ ਜਾ ਸਕਦਾ ਗ੍ਰਿਫਤਾਰ। ਇਹ ਕਾਨੂੰਨੀ ਮਸਲੇ ਨੇ, ਆਉਂਦੇ ਦਿਨਾਂ 'ਚ ਕਲੀਅਰ ਹੋ ਜਾਣਗੇ। ਪਰ ਵਿਜੀਲੈਂਸ ਬਿਊਰੋ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਜਿਹੜਾ ਕੱਲ ਧਰਨਾ ਕਾਂਗਰਸ ਦੇ ਲੀਡਰਾਂ ਨੇ ਲਾਇਆ ਸੀ, ਕਾਂਗਰਸ ਦੇ ਕਈ ਲੀਡਰ ਕਹਿੰਦੇ ਵੀ ਜਿਹੜੇ ਠੇਕੇਦਾਰ ਨੇ, ਆਮ ਆਦਮੀ ਪਾਰਟੀ ਦੇ ਲੋਕ ਨੇ, ਉਹ ਠੇਕੇਦਾਰ ਵੀ ਗੁੱਸਾ ਕਰ ਗਏ ਸੀ। ਉਹਨਾਂ ਨੇ ਪ੍ਰੋਟੈਸਟ ਮੁਰਦਾਬਾਦ ਦੇ ਨਾਰੇ ਵੀ ਲਾਏ, ਉਹਨਾਂ ਨੇ ਸਾਬਕਾ ਮੰਤਰੀ ਮੁਰਦਾਬਾਦ ਦੇ ਨਾਰੇ ਲਾਏ। ਉਹਨਾਂ ਨੇ ਇੱਕ ਹੋਰ ਉਹਨਾਂ ਦੇ ਆਗੂ ਨੇ, ਨੌਜਵਾਨ ਆਗੂ ਨੇ, ਬੜੇ ਸੂਝਵਾਨ ਆਗੂ ਨੇ, ਬਹੁਤ ਸਿਆਣੇ ਆਗੂ ਨੇ, ਕਈਆਂ ਦੇ ਮੁਰਦਾਬਾਦ ਦੇ ਨਾਰੇ ਲਾਤੇ ਕੰਟਰੈਕਟਰਾਂ ਨੇ, ਕਿਉਂਕਿ ਉਹਨਾਂ ਦੀ ਰੋਜ਼ੀ ਰੋਟੀ ਦਾਅ ਤੇ ਲੱਗ ਗਈ ਸੀ। ਬਿਲਕੁਲ। ਜਿਹੜੀਆਂ ਸਰਕਾਰਾਂ ਬਣਦੀਆਂ ਨੇ ਨਾ, ਸਰਕਾਰਾਂ ਦੀਆਂ ਪਾਲਿਸੀਆਂ ਲੋਕਾਂ ਨੂੰ ਰੋਜ਼ੀ ਰੋਟੀ ਮੁਹੱਈਆ ਕਰਾਉਣ ਦੀਆਂ ਨੇ। ਸਰਕਾਰਾਂ ਦੀਆਂ ਪਾਲਿਸੀਆਂ ਇਹ ਨਹੀਂ ਹੋਣੀਆਂ ਚਾਹੀਦੀਆਂ ਵੀ ਅਸੀਂ ਗਰੀਬ ਵਿਅਕਤੀ ਦੇ ਮੂੰਹ ਦੀ ਰੋਟੀ ਖੋਹ ਕੇ ਕਿਸੇ ਅਮੀਰ ਨੂੰ ਦੇ ਦਈਏ ਜੀ। ਸੋ ਇਸ ਕਰਕੇ ਹੁਣ ਇੱਕ ਗੱਲ ਹੋਰ ਤੁਹਾਨੂੰ ਮੈਂ ਦੱਸਦਾ, ਹੁਣ ਸਾਬਕਾ ਮੰਤਰੀ ਔਰ ਜਿੰਨੇ ਲੋਕ ਗ੍ਰਿਫਤਾਰ ਹੋਏ ਨੇ, ਕਿਉਂਕਿ ਵਿਜੀਲੈਂਸ ਬਿਊਰੋ ਆਉਂਦੇ ਦਿਨਾਂ ਦੇ ਵਿੱਚ ਇਹਨਾਂ ਦੇ ਆਮਦਨ ਦੇ ਸਰੋਤਾਂ ਦਾ ਵੀ ਪਤਾ ਲਗਾ ਸਕਦੀ ਹੈ। ਇਹ ਬਹੁਤ ਵੱਡੀ ਚੁਣੌਤੀ ਹੈ। ਹੁਣ ਜਦੋਂ ਕੋਈ ਵਿਅਕਤੀ ਵਿਜੀਲੈਂਸ ਬਿਊਰੋ ਦੇ ਦਾਇਰੇ 'ਚ ਆ ਜਾਂਦਾ ਹੈ, ਕੋਈ ਐਮਐਲਏ ਹੁੰਦਾ ਹੈ, ਕੋਈ ਕਾਉਂਸਲਰ ਹੁੰਦਾ ਹੈ, ਕੋਈ ਮੰਤਰੀ ਹੁੰਦਾ ਹੈ, ਕੋਈ ਸਰਕਾਰੀ ਅਫਸਰ ਹੁੰਦਾ ਹੈ, ਵਿਜੀਲੈਂਸ ਬਿਊਰੋ ਕੋਲੇ ਅਖਤਿਆਰ ਹੈ ਕਿ ਉਹਨੇ ਆਪਣੀ ਜ਼ਿੰਦਗੀ 'ਚ ਕਿੰਨੀਆਂ ਪ੍ਰਾਪਰਟੀਆਂ ਬਣਾਈਆਂ, ਕਿੰਨੇ ਪੈਸੇ ਕਮਾਏ, ਕਿੰਨੀ ਉਹਦੇ ਕੋਲੇ ਜਾਇਦਾਦ ਹੈ, ਕੀ ਜਿਹੜੇ ਉਹਦੇ ਆਮਦਨ ਦੇ ਵਸੀਲੇ ਸੀ ਉਹਦੇ ਮੁਤਾਬਕ ਹੈ ਜਾਂ ਆਮਦਨ ਨਾਲੋਂ ਵੱਧ ਹੈ। ਆਉਂਦੇ ਦਿਨਾਂ ਵਿੱਚ ਇਹਨਾਂ ਦੀ ਆਮਦਨ ਦੀ ਜਾਂਚ ਵੀ ਹੋ ਸਕਦੀ ਹੈ। ਜੀ ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਸ ਪੂਰੇ ਮਾਮਲੇ ਦੇ ਉੱਪਰ ਜੋ ਹੈ ਪੂਰੀ ਜਾਣਕਾਰੀ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਤੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਪ੍ਰੋਗਰਾਮ ਦੇ ਨਾਲ ਹਮੇਸ਼ਾ ਜੁੜਦੇ ਨੇ, ਆਪਣੇ ਸੁਝਾਅ ਵੀ ਸਾਡੇ ਨਾਲ ਸਾਂਝੇ ਕਰਦੇ ਨੇ। ਤੇ ਇਸ ਨਾਲ ਹੀ ਹੁਣ ਮੈਂ ਵੀ ਯਾਨੀ ਕਿ ਹਰਜੋਤ ਕੌਰ ਵੀ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਣਾ ਚਾਹਾਂਗੀ ਜੀ। ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ।